ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਣ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਕਰੀ ਵਖਿਆਣ। ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਾਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾ। ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹਲਾ ਚੌਥਾ। ਇੱਛਾ ਪੂਰਕ ਸਰਬ ਸੁਖ ਦਾਤਾ ਹਰਿ, ਜਾ ਕੈ ਵਸ ਹੈ ਕਾਮ ਧਿਨਾ। ਸੋ ਐਸਾ ਹਰਿ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਇੱਛਾ ਪੂਰਕ ਸਰਬ ਸੁਖ ਦਾਤਾ ਹਰਿ, ਜਾ ਕੈ ਵਸ ਹੈ ਕਾਮ ਧਿਨਾ। ਸੋ ਐਸਾ ਹਰਿ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਜਪ ਮਨ ਸਤਿਨਾਮ, ਸਦਾ ਸਤਿਨਾਮ। ਹਾਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਰਹਾਉ ਜੈ ਹਰ ਸਿਮਰਨ ਭਇਆ, ਤਾ ਉਪਾਦਗਤ ਕੀਨੀ। ਵਡ ਭਾਗੇ ਹਰ ਜਪਣਾ, ਜਨ ਨਾਨਕ ਕਉ ਗੁਰ ਇਹ ਮਤ ਦਿਨੀ। ਜਪ ਹਰ ਭਉ-ਜਲ ਤਰਨਾ, ਜਹ ਹਰ ਸਿਮਰਨ ਭਇਆ ਤਹ ਉਪਾਦਗਤ ਕੀਨੀ। ਵਡ ਭਾਗੀ ਹਰ ਜਪਣਾ, ਜਨ ਨਾਨਕ ਕੋ ਗੁਰ ਇਹ ਮਤ ਦਿਨੀ। ਜਪ ਹਰ ਭਉ-ਜਲ ਤਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ
ਸਨਮਾਨਯੋਗ ਸਤਿਗੁਰੂ ਚਵਰ ਸ਼ਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਪੂਜਨੀਕ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਸਤਿਗੁਰੂ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਹੁਕਮ ਦੇ ਵਿਚਾਰ ਦੇ ਨਾਲ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਮਾਂ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲੋ ਹਾਜ਼ਰੀ ਸਾਰੇ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਨਾਸਰੇ ਮਹਲਾ ਚੌਥਾ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੈ ਵਸ ਹੈ ਕਾਮ ਤਿਨਾ। ਤਨਾਸਰੀ ਰਾਗ ਦੇ ਵਿੱਚ ਚੌਥੇ ਪਾਤਸ਼ਾਹ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਬਚਨ ਅੰਗ ਨੰਬਰ 669 ਅਤੇ 670 ਦੇ ਉੱਤੇ ਸਭਾਇਮਾਨ ਨੇ। ਸਤਿਗੁਰੂ ਧੰਨ ਗੁਰੂ ਰਾਮਦਾਸ ਜੀ ਨੇ ਅੱਜ ਸਾਡੇ ਤੇ ਬਖਸ਼ਿਸ਼ ਕੀਤੀ ਹੈ ਕਿ ਦੇਖੋ, ਦੁਨੀਆ ਦੇ ਵਿੱਚ ਕੁਝ ਲੋਕ ਨੇ ਜਿਨ੍ਹਾਂ ਦੀ ਮਨੌਤ ਹੈ ਕਿ ਕਾਮ ਤੇਨ ਕੋਈ ਦੇਵਤਿਆਂ ਦੀ ਗਾਹ ਹੈ, ਕਿਸੇ ਨੇ ਇਹ ਮੰਨ ਲਿਆ ਕਿ ਉਹ ਸਵਰਗਾਂ ਦੀ ਗਾਹ ਹੈ, ਕਿਸੇ ਨੇ ਇਹ ਮੰਨ ਲਿਆ ਕਿ ਕੋਈ ਪਾਰਜਾਤ ਰੁੱਖ ਵੀ ਹੁੰਦਾ ਹੈ ਕਿ ਜਿਨ੍ਹਾਂ ਕੋਲੋਂ ਜੋ ਕੁਛ ਮੰਗੀਏ ਉਹ ਕੁਛ ਮਿਲ ਜਾਂਦਾ ਹੈ। ਹੁਣ ਕਿਸੇ ਦਾ ਮੰਨਣਾ ਇਹ ਹੈ, ਮਨੌਤ ਇਹ ਹੈ ਕਿ ਗਾਂ ਜਿਹੜੀ ਹੈ ਕਾਮ ਤੇਨ ਗਾਂ, ਇਹ ਦੇਵਤਿਆਂ ਨੇ ਸਮੁੰਦਰ ਨੂੰ ਰਿੜਕਿਆ, ਇੱਕ ਪਾਸੇ ਦੇਵਤੇ ਲੱਗੇ, ਇੱਕ ਪਾਸੇ ਦੈਂਤ ਲੱਗੇ, ਉਹਦੇ ਵਿੱਚੋਂ ਗਾਂ ਨਿਕਲੀ। ਹੁਣ ਸਤਿਗੁਰੂ ਧੰਨ ਗੁਰੂ ਰਾਮਦਾਸ ਜੀ ਨੇ ਇੱਥੇ ਬਖਸ਼ਿਸ਼ ਕੀਤੀ ਹੈ ਕਿ ਇਹ ਉਹਨਾਂ ਦੀ ਮਨੌਤ ਹੈ ਵੀ ਬੇਸ਼ੱਕ ਮੰਨੀ ਜਾਣ, ਔਰ ਗੁਰੂ ਸਾਹਿਬ ਜੀ ਨੇ ਵੀ ਕਿਰਪਾ ਕੀਤੀ ਬੇਸ਼ੱਕ ਹੋਵੇ ਵੀ। ਇਹ ਨਹੀਂ ਕਿਹਾ ਕਿ ਕੋਈ ਕਾਮ ਤੇਨ ਗਾਂ ਹੈ, ਕਹਿੰਦੇ ਬੇਸ਼ੱਕ ਹੋਵੇ ਵੀ। ਪਰ ਗੁਰੂ ਕੇ ਸਿੱਖਾ ਇੱਕ ਵਿਚਾਰ ਕਰਕੇ ਕਾਮ ਤੇਨ ਗਊ ਜੇ ਹੈ ਭਈ ਤੂੰ ਉਹਦੇ ਕੋਲੋਂ ਕਿਉਂ ਮੰਗਣਾ, ਫਿਰ ਉਹਦੇ ਤੋਂ ਮੰਗ ਜਿਹਨੇ ਇਹਨੂੰ ਪੈਦਾ ਕੀਤਾ ਹੈ। ਲੋਕਾਂ ਦੀ ਮਨੌਤ ਹੈ ਕਿ ਕਾਮ ਤੇਨ ਗਊ ਤੋਂ ਕੁਛ ਮੰਗੀਏ, ਪਰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਵੀ ਤੂੰ ਉਹਦੇ ਤੋਂ ਮੰਗ ਜਿਹਨੇ ਇਹਨੂੰ ਪੈਦਾ ਕੀਤਾ ਹੈ। ਔਰ ਮਨੌਤ ਹੀ ਹੈ ਨਾ ਕਿ ਇੱਕ ਦੂਜੇ ਨੂੰ ਵੇਖੋ ਵੇਖੇ ਮੰਨੀ ਜਾਂਦੇ ਨੇ। ਕਿਸੇ ਨੇ ਅੱਗ ਨੂੰ ਦੇਵਤਾ ਮੰਨ ਲਿਆ, ਅੱਗ ਦੇ ਵਿੱਚ ਬੜਾ ਕੁਝ ਸੁੱਟਿਆ ਜਾਂਦਾ ਹੈ। ਕਿਸੇ ਨੇ ਪਾਣੀ ਨੂੰ ਦੇਵਤਾ ਮੰਨ ਲਿਆ, ਔਰ ਪਾਣੀ ਇੰਨਾ ਕੁ ਗੰਦਾ ਕਰ ਦਿੱਤਾ ਸੁੱਟ ਸੁੱਟ ਕੇ ਵਿੱਚ ਪਤਾ ਨਹੀਂ ਕੀ ਕੁਝ ਸੁੱਟ ਦਿੰਦੇ ਕਿ ਪਾਣੀ ਦੇਵਤਾ ਹੈ। ਵੀ ਸੁੱਟਣ ਵਾਲੇ ਕਦੇ ਵਿਚਾਰ ਤੇ ਕਰ ਲਓ ਬਈ ਜੇ ਦੇਵਤੇ ਤੁਸੀਂ ਮੰਨ ਹੀ ਲਿਆ ਤੇ ਫਿਰ ਉਹਦੇ ਵਿੱਚ ਗੰਦ ਕਿਉਂ ਸੁੱਟਦੇ ਜੀ। ਇਹ ਪਾਣੀ ਕਿਸੇ ਨੇ ਪੀਣਾ ਹੋਏਗਾ, ਔਰ ਜਦੋਂ ਸੁੱਟਣ ਲੱਗਦੇ ਨੇ ਤੁਸੀਂ ਕਦੇ ਦੇਖੋ ਕਿ ਨਦੀਆਂ ਦੇ ਉੱਤੇ ਜਿੱਥੇ ਪੁਲ ਬਣੇ ਨੇ, ਨਹਿਰਾਂ ਉੱਤੇ, ਉੱਥੇ ਗੱਡੀਆਂ ਰੋਕ ਲੈਣਗੇ ਜਿੱਥੇ ਰੋਕਣੀਆਂ ਨਹੀਂ ਚਾਹੀਦੀਆਂ। ਐਕਸੀਡੈਂਟ ਹੋਏ, ਨਾਲੇ ਆਪਣਾ ਨੁਕਸਾਨ ਨਾਲੇ ਕਿਸੇ ਦਾ, ਉਹ ਫਿਰ ਪਾਣੀ ਨੂੰ ਗੰਦਾ ਕਰਨਾ। ਖੈਰ ਸਤਿਗੁਰੂ ਧੰਨ ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ, ਲੋਕ ਮੰਨਦੇ ਨੇ, ਲੋਕਾਂ ਦੀ ਮਨੌਤ ਹੋਵੇਗੀ। ਪਰ ਜੇ ਇਹ ਕੋਈ ਕਾਮ ਤੇਨ ਗਊ ਹੈ ਵੀ ਤੇ ਸਤਿਗੁਰੂ ਕਹਿੰਦੇ ਸਿੱਖਾ ਤੈਨੂੰ ਇਹਦੀ ਚਾਹਤ ਰੱਖਣ ਦੀ ਲੋੜ ਨਹੀਂ, ਇਹਦੀ ਕੋਈ ਆਸ ਰੱਖਣ ਦੀ ਲੋੜ ਨਹੀਂ। ਜਿਹਨੇ ਇਹਨੂੰ ਪੈਦਾ ਕੀਤਾ ਤੂੰ ਜੇ ਕੋਈ ਆਸ ਰੱਖਣੀ ਤੇ ਉਹਦੇ ਤੋਂ ਰੱਖ, ਕਿਉਂਕਿ ਮੇਰਾ ਉਹ ਵਾਹਿਗੁਰੂ ਪਰਮੇਸ਼ਰ ਇੱਛਾ ਪੂਰਕ ਸਰਬ ਸੁਖ ਦਾਤਾ ਹਰ।
एक तो होंगे ना कि कईयों को बड़े सुख ने, बड़े ने गुरु साहब ने कृपा की, सर्ब सुख ने, सारे सुख ने। हुण जिहड़ी इच्छा है, इच्छा पूर्वक सारिया इच्छावां पूरियां करता है। इच्छा साडे सारियां दी जिहड़ी वक्खो वक्खरी हो सकती है, और सतगुरु जी ने कृपा की है कि किसी को इच्छा है धन पदार्थों की, और जे संसारिक जीवन को गुजारना तो धन पदार्थ भी चाहिए तो है ना। और सतगुरु जी कहते हैं जे लोड़ है तो पाई फिर भी, जे मंगना है तो मंगी, उनके तू जिंदे वस में सब कुछ है। किसी की इच्छा ये हो सकती कि मेरा 4 जणियां दे विच गली महल्ले शहर देश दे विच नाम होवे, मैनू इज्जत मिले, शोहरत मिले। और सतगुरु जी कहते हैं मेरा गुरु क्योंकि सर्ब सुखां दा दाता है, ये भी तेनों मिल जाएगा। जे कोई ये मंगे कि धन पदार्थ, कोई धी चाहिए है, पुत्र चाहिए है, स्त्री चाहिए है, ये भी मिल जाएगा। जे कोई देह रोगता भी मंगे, अरदास आपां करनी है, देह दी रोगता भी मिलेगी। हाँ, वो गुरु का सिख दवाई लेगा डॉक्टर तो, पर अरदास करेगा सतगुरु जी देह रोगता बख्शो। हुण सतगुरु का पावन वचन है, मंगना अपने गुरु तो है कि जन को प्रभ संगे स्नेहो, जिन्हों प्रभु दे नाल परमेश्वर दे नाल प्यार होवे। जन को प्रभ संगे स्नेहो, वो कहंदा साजणो तू मीत मेरा, ग्रह तेरे सबके हो, इच्छा पूरक सर्ब सुख दाता हर। तू मेरा मित्र है ते तेरे घर विच सब कुछ है। हुण मंगना भी तेरे तो, मान मांगू तान मांगू, धन लक्ष्मी सुत दे। इत्थे देह, देह दा हाहा जिहड़ा मुक्ता है, इनू औंकड़ सियारी कुछ नहीं, इहदा मतलब देना नहीं। देह दा मतलब है शरीर, शरीर नू रोग लग जाए, तंदुरुस्ती भी तेरे तो मंगनी है। पर हुण गुरु साहब जी ने कृपा की, ये मंगा तो है न साडियां संसारिक। देखो अपने बापू तो कोई कुछ मंगे ना, कोई धी पुत्र मंगे, तो फिर एक तो कदे गलत नहीं मंगता, क्योंकि पता है बापू को मंगना गलत चीज़ वास्ते पैसे मंगांगे तो मिलने भी नहीं। हुण जिंदे घर विच सब कुछ है, जे उनके कोल मंगीए सानू पहलों तो ये एहसास हो जाए कि साडा माता पिता वही है, तो ये गल पक्की, फिर कदे गलत चीज़ मंगांगी नहीं। गलत चीज़ तो भाव वो चीज़ जिन्हें सदा नहीं रहना। जे सानू ये एहसास होएगा कि वो दाता जिहड़ा साडा बापू है सर्ब सुखां दा दाता है, तो फिर साडी जिहड़ी मंग है ना, वो भी बड़ी वड्डी होएगी, साडी इच्छा भी वड्डी हो जाएगी। हुण देखो किसी नूं पता होवे, कोई राजा मान लो अज राजा मुख मंत्री हो गया, प्रधानमंत्री हो गया, कि वो साडा यार मित्र ही है, जो कुछ मंगांगे उन्हें दे ही देना है। तो फिर जे कोई समझदार होएगा, उस राजे को जाके तूड़ी की पंडित नहीं ना मंगेगा। राजे तो मंगना है, मंग भी वड्डी होएगी। और जिन्हें अपने गुरु तो मंगना है, जिन्होंने पता पहलों एहसास हो जाए कि मेरा गुरु सारे सुखां दा दाता है, फिर उनकी मंग किवें दी होएगी जी। सतगुरु जी ने पावन वचन कहे ने, उनकी मंग केवल एक होएगी कि विसर नाही दातार अपना नाम देहो। उनकी मंग केवल एक होएगी कि गुण गावां दिन रात, नानक चाहो एहो। तू सारे सुखां दा दाता है, अपना नाम ही दे दे। बस मेरी इच्छा केवल एक है कि तेरे गुणां नूं गावां ते दिन रात गावां। फिर उनकी मंग इन्नी वड्डी होगी कि इको अरदास करेगा कि मांगो राम ते एक दान, सगन मनोरथ पूर्ण होवे। क्योंकि भरोसा हो जाता ने, जे नाम ही मंग लिया तो मनोरथ आप ही पूरे हो जाने ने।
ਮੰਗੋ RAM ਤੇ ਇੱਕ ਨਾਮ, ਸਗਲ ਮਨੋਰਥ ਪੂਰਨ ਹੋਵੈ। ਸਿਮਰੋ ਤੁਮਰਾ ਨਾਮ। ਹੁਣ ਮੰਗੂ RAM ਤੇ ਇੱਕ ਦਾਨ, ਉਹਦਾ ਦਾਨ ਉਹਦੇ ਮੰਗੂ, ਉਹਦੀ ਇੱਛਾ ਫਿਰ ਏਡੀ ਵੱਡੀ ਹੁੰਦੀ ਹੈ ਕਿ ਸਤਿਗੁਰੂ ਜੀ ਤੇਰਾ ਨਾਮ ਹੀ ਨਾ ਭੁੱਲੇ, ਤੂੰ ਹੀ ਚੇਤੇ ਵਿੱਚ ਰਹਿ ਜੇ। ਤੂੰ ਦੇਣ ਵਾਲਾ ਹੈ, ਤੂੰ ਇੱਛਾਵਾਂ ਪੂਰਨ ਕਰਨ ਵਾਲੀਆਂ ਤੈਨੂੰ ਚੇਤੇ ਰੱਖਣਾ। ਹੁਣ ਸਤਿਗੁਰੂ ਜੀ ਨੇ ਕਿਰਪਾ ਕੀਤੀ ਕਿ ਗੁਰੂ ਕੇ ਸਿੱਖਾਂ ਸੱਚਮੁੱਚ ਜੇ ਸਾਰੇ ਸੁੱਖਾਂ ਦੀ ਪ੍ਰਾਪਤੀ ਚਾਹੁੰਦਾ ਹੈ ਤੇ ਫਿਰ ਕਰਨਾ ਕੀ ਪਏਗਾ? ਪਹਿਲੀ ਗੱਲ ਇਹ ਕਿ ਉਹ ਸਾਰੀਆਂ ਸੁੱਖਾਂ, ਸਾਰੀਆਂ ਇੱਛਾ ਪੂਰੀਆਂ ਕਰਨ ਵਾਲਾ ਹੈ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਧੇਨਾ। ਤੇ ਫਿਰ ਤੂੰ ਕੀ ਕਰਕੇ ਤੇਰੀਆਂ ਇੱਛਾਵਾਂ ਪੂਰੀਆਂ ਹੋਣ? ਧੰਨ ਗੁਰੂ ਰਾਮਦਾਸ ਜੀ ਅੱਗੇ ਦੱਸ ਰਹੇ ਨੇ, ਕਹਿੰਦੇ ਸੋ ਐਸਾ ਹਰ ਧਿਆਈਏ ਮੇਰੇ ਜੀਅੜੇ। ਸੋ ਐਸਾ ਹਰ, ਕੈਸਾ ਹਰ ਜੀ? ਜਿਹੜੇ ਉੱਤੇ ਪਹਿਲੋਂ ਬਚਨ ਗਏ ਨੇ, ਜਿਹੜੀ ਸਾਰੀਆਂ ਇੱਛਾਵਾਂ ਪੂਰੀਆਂ ਕਰਨ ਵਾਲਾ ਹੈ। ਸੋ ਦਾ ਅਰਥ ਉਹ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ। ਐ ਮੇਰੀ ਜਿੰਦੇ, ਮੇਰੀ ਜਾਨ ਹੈ, ਮੇਰੇ ਮਨਾ ਉਹਨੂੰ ਜਪ, ਉਹਨੂੰ ਧਿਆ ਕਿ ਜਿਹੜੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰਦਾ, ਜਿੰਦੇ ਕੋਲ ਸਾਰੇ ਸੁੱਖ ਵੀ ਨੇ। ਤੇ ਜੇ ਤੂੰ ਸੁੱਖ ਚਾਹੁੰਦਾ ਫਿਰ ਉਹਨੂੰ ਜਪ। ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਸਾਰੇ ਸੁੱਖਾਂ ਦੀ ਪ੍ਰਾਪਤੀ ਹੋਏਗੀ। ਹੁਣ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਉਹਨੂੰ ਜਪ, ਜਿਹੜੇ ਸਾਰੀਆਂ ਇੱਛਾਵਾਂ ਪੂਰੀਆਂ ਕਰ ਸਕਦਾ, ਜਿੰਦੇ ਕੋਲ ਸਾਰੇ ਸੁੱਖ ਨੇ, ਜਿਹੜਾ ਸਭ ਤੋਂ ਵੱਡਾ ਹੈ। ਦੇਖੋ ਸੰਸਾਰ ਦੇ ਵਿੱਚ ਅੱਜ ਜਿਵੇਂ ਦੀ ਰਾਜਨੀਤੀ ਹੈ ਔਰ ਜਿਵੇਂ ਦਾ ਮਾਹੌਲ ਹੈ, ਆਮ ਤੌਰ 'ਤੇ ਜਿਨ੍ਹਾਂ ਦੀ ਮਾੜੀ ਮੋਟੀ ਕਿਤੇ ਜਾਣ ਪਛਾਣ ਹੋਣਾ ਕਿਸੇ ਸਰਕਾਰੀ ਅਫਸਰ ਨਾਲ, ਕਿਸੇ ਮੰਤਰੀ ਸ਼ੰਤਰੀ ਨਾਲ, ਜਾਂ ਕਿਸੇ ਧਰਮ ਦੇ ਵੱਡੇ ਅਹੁਦੇ 'ਤੇ ਬੈਠੇ ਹੋਏ ਕਿਸੇ ਮਨੁੱਖ ਦੇ ਨਾਲ, ਫਿਰ ਉਹ ਸਭ ਤੋਂ ਪਹਿਲਾਂ ਉਹਦਾ ਇੱਕ ਵਿਜ਼ਿਟਿੰਗ ਕਾਰਡ ਲੈਂਦਾ ਹੈ ਕਿ ਸਰਕਾਰੀ ਦਰਬਾਰੇ ਕਿਤੇ ਲੋੜ ਪੈ ਜੇ ਜਿੱਥੇ ਕੋਈ ਨਾ ਪੁੱਛਦਾ ਹੋਵੇ, ਫਿਰ ਉਹ ਕਾਰਡ ਮਾੜਾ ਜਿਹਾ ਅੱਗੇ ਕਰਕੇ ਵਿਖਾ ਦਿੰਦਾ ਕਿ ਇੱਥੋਂ ਫੋਨ ਕਰਾਵਾਂ। ਅਗਲਾ ਕਹਿੰਦਾ ਫੋਨ ਕਰਾਏਂਗਾ ਛੱਡ, ਪਰ ਮੈਂ ਤੇਰਾ ਕੰਮ ਵੈਸੇ ਕਰ ਦਿੰਦਾ, ਤੇਰੀ ਇੰਨੀ ਜਾਣ ਪਛਾਣ। ਔਰ ਦੇਖੋ ਸਾਰੇ ਨਹੀਂ, ਪਰ ਜਿੱਥੋਂ ਤੱਕ ਪਹੁੰਚ ਹੋਵੇ ਤਕਰੀਬਨ ਉਹ ਰੱਖਦੇ ਹੀ ਨੇ। ਹੁਣ ਸਤਿਗੁਰੂ ਜੀ ਕਿਰਪਾ ਕਰਦੇ ਨੇ, ਇੱਕ ਕਾਗਜ਼ ਦੇ ਉੱਤੇ ਹੋਏ ਲਿਖਿਆ ਹੋਇਆ ਨਾਂ ਕਿਸੇ ਬੰਦੇ ਦਾ, ਉਹ ਤੇ ਕਿਸੇ ਸ਼ਹਿਰ ਤੱਕ ਚੱਲ ਜਾਏਗਾ, ਵੱਧ ਤੋਂ ਵੱਧ ਇੱਕ ਦੇਸ਼ ਵਿੱਚ ਚੱਲ ਜਾਏਗਾ। ਪਰ ਜੇ ਤੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਚਾਹੁੰਦਾ ਤੇ ਫਿਰ ਉਹ ਨਾਮ ਕਾਗਜ਼ ਉੱਤੇ ਨਹੀਂ, ਉਹਦਾ ਨਾਮ ਜਪ ਆਪਣੇ ਹਿਰਦੇ ਉੱਤੇ ਲਿਖ, ਜਿੰਦਾ ਹੁਕਮ ਸਾਰੇ ਉੱਤੇ ਚੱਲਦਾ, ਜਿੰਦੇ ਹੁਕਮ ਨੂੰ ਇਹ ਰਾਜੇ, ਇਹ ਦੁਨੀਆ ਦੇ ਲੋਕ ਤੱਕ ਹੀ ਇਹ ਕਹਿ ਦਈਏ ਕਿ ਜਿਹੜੇ ਤੱਤ ਰੱਬ ਨੇ ਬਣਾਏ, ਵੱਡੀਆਂ ਵੱਡੀਆਂ ਤਾਕਤਾਂ, ਜਿੰਦੇ ਹੁਕਮ ਨੂੰ ਉਹ ਵੀ ਮੰਨਦੀਆਂ ਨੇ। ਔਰ ਸਤਿਗੁਰੂ ਜੀ ਨੇ ਪਾਵਨ ਬਚਨ ਕਹੇ ਨੇ, ਧੰਨ ਗੁਰੂ ਰਾਮਦਾਸ ਜੀ, ਉਹਨਾਂ ਦੇ ਪਾਵਨ ਬਚਨ ਨੇ, ਕਹਿੰਦੇ ਸੋ ਐਸਾ ਹਰ ਧਿਆਈਐ ਮਨ ਮੇਰੇ। ਮਨਾ ਜੇ ਜਪਣਾ ਫਿਰ ਉਸ ਪ੍ਰਭੂ ਨੂੰ ਜਪ, ਉਹਦੇ ਨਾਮ ਨੂੰ ਜਪ। ਕਿੰਦੇ ਨੂੰ ਜੀ? ਕਹਿੰਦੇ ਜੋ ਸਭਨਾ ਉੱਪਰ ਹੁਕਮ ਚਲਾਏ, ਜਿੰਦਾ ਹੁਕਮ ਸਾਰਿਆਂ ਦੇ ਉੱਤੇ ਚੱਲਦਾ ਹੈ। ਹੁਣ ਸਾਰਿਆਂ ਦੇ ਉੱਤੇ, ਕੇਵਲ ਮਨੁੱਖਾਂ ਦੇ ਉੱਤੇ ਨਹੀਂ। ਸਤਿਗੁਰੂ ਜੀ ਨੇ ਪਾਵਨ ਬਚਨ ਕਹੇ ਨੇ, ਧੰਨ ਗੁਰੂ ਨਾਨਕ ਸਾਹਿਬ ਜੀ ਨੇ। ਔਰ ਆਸਾ ਕੀ ਵਾਰ ਦੇ ਵਿੱਚ ਆਪਾਂ ਰੋਜ਼ ਪੜ੍ਹਦੇ ਵੀ ਹਾਂ ਕਿ ਹੁਕਮ ਕਿੱਥੇ ਕਿੱਥੇ ਚੱਲਦਾ ਹੈ ਜੀ। ਕਹਿੰਦੇ ਭੈ ਵਿੱਚ ਪਵਨ ਵਹਿ ਸਦ ਵਾਓ। ਜਿੰਨੇ ਵੀ ਤੱਤ ਬਣਾਏ ਨੇ, ਹਵਾ ਵੀ ਇੱਕ ਤੱਤ ਹੀ ਹੈ ਨਾ ਜੀ, ਔਰ ਬੜੀ ਵੱਡੀ ਆਪਣੇ ਆਪ ਦੇ ਵਿੱਚ ਤਾਕਤ ਹੈ। ਏਡੀ ਵੱਡੀ ਤਾਕਤ ਜਿਹੜੀ ਹਵਾ ਦੇ ਕੋਲ ਹੈ, ਜਿੰਦੇ ਹੁਕਮ ਦੇ ਵਿੱਚ ਉਹ ਚੱਲਦੀ ਹੈ। ਸਤਿਗੁਰੂ ਕਹਿੰਦੇ ਫਿਰ ਉਹਨੂੰ ਜਪ ਪਾਈ, ਉਹ ਸਾਰੀਆਂ ਇੱਛਾਵਾਂ ਪੂਰੀਆਂ ਕਰੇਗਾ। ਭੈ ਵਿੱਚ ਪਵਨ ਵਹਿ ਸਦ ਵਾਓ, ਭੈ ਵਿੱਚ ਚੱਲੈ ਲਖ ਦਰਿਆਓ। ਪਾਣੀ ਦਰਿਆ ਲੱਖਾਂ ਹੀ ਨੇ, ਔਰ ਬੜੀ ਵੱਡੀ ਉਹਨਾਂ ਕੋਲ ਆਪਣੀ ਤਾਕਤ ਹੈ।
पर जिंदे भै दे विच चलदे ने भाई उहनूं जप। उत्थे गुरु साहिब जी ने किरपा कीती, सारे तत्त गिणे कि भै विच सूरज, भै विच चंद, कोह करोड़ी चलत नायंत। जिंदे भै दे विच रह के सूरज चल रहा, वड्डे वड्डे ग्रह चंद्रमा वर्गे चल रहे हैं, धरती चल रही है, आकाश चल रहा है। सतगुरु जी कहते ने फिर भाई उहनूं जप। धन गुरु रामदास जी का पावन बचन है, कहते सो ऐसा हर नाम ध्याइयै मन मेरे, जो मन के तृष्णा सब भुख गवाए। क्योंकि जे सारे सुख चाहुंदा है तो सारे सुखों की प्राप्ति तो उदों नहीं होनी जिस दिन मन की तृष्णा मिट जाए, कोई तृष्णा रवे ना। और ये तृष्णा मेरे गुरु तो बिना होर दुनिया की कोई ताकत, कोई रुपया, कोई पैसा मिटा ही नहीं सकता। और ये आप सारे जानने, उदाहरण साढ़े सामने बहुत ने, जिन्नियां मर्जी ले लीए, कि जिन्हां कोल बड़ा कुछ सी पर गए फिर भी कुरलाउंदे हुए हाय हाय करते गए। सिकंदर वर्गे उदाहरण गुरु साहिब जी ने रावण वर्गे दी उदाहरण दित्तियां कि जिंदे सोने दे लंका ते मूर्ख लैके की गया जी। हुण सतगुरु जी कृपा करते हैं, ये मन की तृष्णा गुरु तो बिना होर कोई बुझा नहीं सकता। गुरु साहिब ने कृपा की, जे पूछिए कि मन की तृष्णा बुझेगी किवें, तो धन गुरु अर्जन देव सच्चे पातशाह जी समझाते हैं। और सुखमणी साहिब के आप रोज़ पढ़ते हैं कि बिना संतोख नहीं को राजै। हुण इस संतोख का मतलब ये नहीं कि लखा करोड़ा अरबा आउणगे तो संतोख भी आ जाएगा। ये आप वेख्या कि अरबा खरबा जिन्ने ने उन्ने ज़्यादा उन्होंने कहा जाता है कि उन्ने ज़्यादा भुखे ने। अज सवेरे भी बैठे एक सिंह नाल गल चल रही सी कि गुरु साहिब जी ने बचन किया है गरीबी, कि जिंदे कोल गरीबी है रब उहदे ते खुश हुंदा है। और मैं क्या बिल्कुल हुंदा है, पर वो गरीबी रुपये पैसे करके नहीं। उस गरीबी का अर्थ है निमरता। वो गरीबी से धन गुरु नानक देव सच्चे पातशाह जी का जिहड़ा सब तो पहलू सिख होया, आप जी जानते हो राय बुलार, भावें सब तो पहले सिख बीबियां विचों बेबे नानकी है, पर मर्दां विचों जे गिनती की जाए तो सब तो पहला सिख है राय बुलार। बड़ी अंदर गरीबी है राजा, शुरू तो लैके राजा से मरिया भी राजा ही, पर अंदर दे गरीबी गुरु साहब तो लई उस गरीबी दे विच जीया। हुण सतगुरु जी कृपा करते हैं, वो गरीबी जे तेनों चाहिए है अंदर की तृष्णा मिटती है, जे कोई मिटा सकता है तू मेरा गुरु, फिर भाई उन्होंने जप। हुण अगला बचन गुरु साहब ने कहा, जप मन मना जप। अज राहु दी पंक्तियों गुरु साहब जी कह रहे हैं, जप मन सतनाम, वो जिहड़ा सदा ही सत रहने वाला उन्होंने जप। तो सवाल साडा है पता नहीं, और गुरु कृपा करे कदों खत्म होना है सानू, क्योंकि समझ नहीं ना। घंटिया की गिनती तो अज भी चलती है भी किन्ने को घंटे जपना चाहिए है, किन्ने को मिनट करना जपना चाहिए है, किहड़े टाइम जपना चाहिए है। पर क्योंकि गुरु साहब तो नहीं ना पूछा, असीं किमा करना पूछा उन्होंने तो जेडे गुरु के शरीक बन के बैठ गए। प्यो तो नहीं पूछा, चाचे ताया तो पूछन चले गए, उन्होंने अपने हिसाब नाल दस दिता। सतगुरु जी किन्ना को समा जपीए, तो धन गुरु रामदास जी कहते ने कि सदा ही जपो भाई, सतनाम सदा सतनाम, जप मन सतनाम सदा सतनाम। हुण सदा दर्थ घंटिया की गिनती तो है ही नहीं, सदा दर्थ के हर वेले चेते विच रख, हर वेले जप। तो जप के होएगा कि जपना किन्ना को समय। धन गुरु अर्जन देव सच्चे पातशाह ने एक पावन बचन किया है, कहते भी उदों तक जप जदों तक तू बंदा है, जदों तक तेरे अंदर श्वास चलते हैं, अखीरले श्वास तक जप। और सतगुरु का पावन बचन है, कर बंदे तू बंदगी, जिचर घट मैं साह, कुदरत के मन जानी है वड्डा वे परवाह।
ਉਦੋਂ ਤੱਕ ਜਪ ਜਦੋਂ ਤੱਕ ਸਵਾਸ ਚੱਲਦੇ ਨੇ। ਔਰ ਸਤਿਗੁਰੂ ਜੀ ਕਿਰਪਾ ਕਰਦੇ ਨੇ, ਜਪਣਾ ਵੀ ਉਹਨੂੰ ਹੈ ਕਿ ਜਾ ਕੇ ਸਿਮਰਨ ਸਭ ਕੁਛ ਪਾਈਏ। ਜਿਹਨੂੰ ਜਪ ਕੇ ਸਭ ਕੁਝ ਮਿਲਦਾ, ਜਿਹੜੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰਨ ਵਾਲਾ ਹੈ। ਹੁਣ ਕਈ ਵਾਰੀ ਸਾਨੂੰ ਲੱਗਦਾ ਕਿ ਇੱਛਾਵਾਂ ਜਿਹੜੀਆਂ ਨੇ ਜਿਵੇਂ ਦੀਆਂ ਸਾਡੀਆਂ ਨੇ, ਸਾਨੂੰ ਇਸੇ ਤਰ੍ਹਾਂ ਹੀ ਲੱਗਦਾ ਕਿ ਸਾਰਿਆਂ ਦੀ ਸ਼ਾਇਦ ਇਸੇ ਤਰ੍ਹਾਂ ਦੀਆਂ ਨੇ, ਕਿ ਜਿਨ੍ਹਾਂ ਕੋਲ ਰੁਪਈਆ ਪੈਸਾ ਬੜਾ ਕੁਛ ਆ ਗਿਆ, ਗੱਡੀਆਂ ਵੱਡੀਆਂ ਆ ਗਈਆਂ, ਕੋਠੀਆਂ ਵੱਡੀਆਂ ਮਿਲ ਗਈਆਂ, ਕਿ ਉਹਨਾਂ ਨੂੰ ਸਾਰੇ ਸੁੱਖ ਮਿਲ ਗਏ। ਪਰ ਨਹੀਂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾ ਕੀਤੀ, ਸਾਰਾ ਕੁਝ ਰੁਪਈਆ ਪੈਸਾ ਨਹੀਂ। ਬਹੁਤ ਵੇਖੇ ਨੇ ਕਿ ਜਿਨ੍ਹਾਂ ਕੋਲ ਰੁਪਈਆ ਪੈਸਾ ਬੜਾ ਕੁਝ ਹੈ, ਪਰ ਉਹ ਰੋਂਦੇ ਕਰਲਾਉਂਦੇ ਹੋਏ ਵੇਖੇ ਨੇ। ਔਰ ਗੁਰੂ ਸਾਹਿਬ ਨੇ ਪਾਵਨ ਬਚਨ ਕਹੇ ਨੇ ਬਾਣੀ ਦੇ ਵਿੱਚ ਕਿ ਵੱਡੇ ਵੱਡੇ ਜੋ ਦਿਸੈ ਲੋਗ, ਤਿਨ ਕੋ ਵਿਆਪੈ ਚਿੰਤਾ ਰੋਗ। ਕਿਉਂਕਿ ਵੱਡੇ ਅਸੀਂ ਕਿਹਨੂੰ ਸਮਝ ਲਿਆ? ਕੌਣ ਵੱਡਾ? ਮਾਇਆ ਵਡਿਆਈ। ਜਿਹਦੇ ਕੋਲ ਮਾਇਆ ਜ਼ਿਆਦਾ ਆ ਗਈ ਸੀ ਕਹਿ ਦਿੱਤਾ ਵੱਡਾ। ਪਰ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਵੱਡਾ ਉਹਨੂੰ ਨਹੀਂ ਕਿਹਾ ਜੀ। ਵੱਡਾ ਉਹ ਹੈ ਕਿ ਜਿੰਦੇ ਕਹੀ ਹੋਈ ਗੱਲ ਰੱਬ ਵੀ ਨਾ ਮੋੜੇ। ਵੱਡਾ ਉਹ ਹੈ ਜਿਹਨੇ ਸਿਮਰਿਆ ਹੈ, ਜਿਹਨੇ ਬੰਦਗੀ ਕੀਤੀ, ਜਿਹਨੂੰ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਇੱਥੇ ਲਿਖਿਆ ਹੋਇਆ ਤੇ ਇੱਕ ਦੇਸ਼ ਵਿੱਚ, ਇੱਕ ਰਾਜ ਵਿੱਚ, ਇੱਕ ਸ਼ਹਿਰ ਵਿੱਚ ਚੱਲ ਸਕਦਾ ਹੈ। ਪਰ ਜਿਹੜਾ ਵੱਡਾ ਹੈ, ਜਿਹਨੇ ਜਪਿਆ ਹੈ, ਵੱਡੇ ਦੇ ਨਾਲ ਜੁੜਿਆ, ਉਹਦਾ ਕਹਿਆ ਹੋਇਆ ਤੇ ਰੱਬ ਦੇ ਦਰ ਤੇ ਵੀ ਨਹੀਂ ਮੁੜਿਆ ਜਾਂਦਾ। ਜਿਹਨੂੰ ਗੁਰੂ ਸਾਹਿਬ ਜੀ ਪਾਵਨ ਬਚਨ ਕਹਿੰਦੇ ਨੇ, ਜਾ ਕਾ ਕਹਿਆ ਦਰਗਾਹ ਚੱਲੈ। ਇਹ ਜਪਣ ਵਾਲੇ ਦਾ ਕਹਿਆ ਹੋਇਆ ਜੀ, ਰੱਬ ਦੇ ਘਰ ਵਿੱਚ ਚੱਲਦਾ ਹੈ, ਉੱਥੇ ਵੀ ਨਹੀਂ ਮੋੜਿਆ ਜਾਂਦਾ। ਹੁਣ ਗੁਰੂ ਸਾਹਿਬ ਜੀ ਕਹਿੰਦੇ ਨੇ ਭਾਈ ਜਪ, ਤੇ ਇਹ ਜਿਹੜਾ ਵੱਡਾ ਹੈ ਜਾਂ ਸੁੱਖ ਹੈ, ਇਹ ਮਾਇਆ ਕਰਕੇ ਨਹੀਂ। ਇਹ ਤਾਂ ਗੁਰੂ ਸਾਹਿਬ ਨੇ ਪਾਵਨ ਬਚਨ ਕਹੇ ਨੇ ਕਿ ਮਾਇਆ ਧਾਰੀ ਅਸਲ ਵਿੱਚ ਸ਼ਬਦ ਭਾਵੇਂ ਕੋ ਵਰਤਿਆ ਜਾਂਦਾ ਹੈ, ਔਰ ਵਰਤਿਆ ਉਦੋਂ ਜਾਂਦਾ ਜਦੋਂ ਸਾਡੇ ਸਾਹਮਣੇ ਕੋਈ ਵੱਡੀ ਕਾਰ ਵਾਲਾ ਆ ਜੇ, ਵੱਡੀ ਕੋਠੀ ਵਾਲਾ ਆ ਜੇ। ਨਹੀਂ ਭਾਈ, ਪਹਿਲਾਂ ਬੇਨਤੀ ਕੀਤੀ, ਰਾਏ ਬੁਲਾਰ ਰਾਜਾ ਸੀ, ਵੱਡਾ ਸੀ, ਜਿਹਨੂੰ ਅਸੀਂ ਵੱਡਾ ਸਮਝਦੇ ਹਾਂ। ਰਾਜਾ ਜਨਕ ਸੇ ਅਸਲ ਵਿੱਚ ਗੁਰੂ ਸਾਹਿਬ ਜੀ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਉਹਨੂੰ ਵੱਡਾ ਕਿਹਾ ਹੈ। ਰਾਜਾ ਵੱਡਾ ਭਗਤ ਹੈ, ਰਾਜਾ ਜਨਕ ਵੱਡਾ ਭਗਤ ਹੈ। ਉਹ ਰਾਜਾ ਹੋ ਕੇ ਵੀ ਭਗਤ ਹੈ, ਉਹ ਮਾਇਆ ਦੇ ਵਿੱਚ ਰਹਿ ਕੇ ਵੀ ਮਾਇਆ ਤੋਂ ਨਿਰਲੇਪ ਹੈ। ਕਿਉਂਕਿ ਮਾਇਆ ਧਾਰੀ ਉਹ ਨਹੀਂ ਕਿ ਜਿਹਨੇ ਮਾਇਆ ਛੱਡ ਦਿੱਤੀ ਜਾਂ ਜਿਹਦੇ ਕੋਲ ਮਾਇਆ ਬਹੁਤ ਜ਼ਿਆਦਾ ਹੈ। ਮਾਇਆ ਧਾਰੀ ਅਸਲ ਵਿੱਚ ਉਹ ਜਿੰਦੀ ਪਕੜ ਹੈ। ਹੁਣ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਕਹਿੰਦੇ ਇਹਨਾਂ ਦੋਵਾਂ ਤੋਂ ਜਿਹੜਾ ਅਸਲ ਵਿੱਚ ਮੁਕਤ ਹੋ ਜੇ, ਨਾ ਬਹੁਤੇ ਦੀ ਚਾਹਤ ਹੋਵੇ ਤੇ ਨਾ ਜਦੋਂ ਕੁਝ ਵੀ ਨਾ ਹੋਵੇ ਕੋਲ, ਉਦੋਂ ਕੋਈ ਸ਼ਿਕਵਾ ਹੋਵੇ, ਉਹਨੂੰ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਇੱਕ ਤੇ ਬਚਨ ਕੀਤਾ, ਜਿਸ ਕਰੈ ਬਹੁਤ ਤਿਸੇ ਕਰੈ ਚਿੰਤਾ, ਜਿਸ ਕਰੈ ਥੋੜੀ ਸੋ ਫਿਰੇ ਪ੍ਰਮੰਤਾ। ਜਿਹਨੂੰ ਬਸ ਚਿੰਤਾ ਇਹ ਵਿਆਪੀ ਕਿ ਹੈ ਥੋੜੀ, ਉਹ ਚਿੰਤਾ ਦੇ ਵਿੱਚ ਜਿਹਨੂੰ ਇਹ ਲੱਗਿਆ ਕਿ ਬਹੁਤ ਜ਼ਿਆਦਾ ਉਹਨੂੰ ਸਾਂਭਣ ਦੀ ਚਿੰਤਾ। ਔਰ ਗੁਰੂ ਸਾਹਿਬ ਜੀ ਕਹਿੰਦੇ ਨੇ, ਦੋਹੋਂ ਅਵਸਥਾ ਤੇ ਜੋ ਮੁਕਤਾ ਸੋਈ ਸਹੇਲਾ ਭਾਲੀ। ਅਸਲ ਵਿੱਚ ਸੁਖੀ ਉਹ ਹੈ। ਹੁਣ ਸਤਿਗੁਰੂ ਜੀ ਨੇ ਕਿਰਪਾ ਕੀਤੀ, ਸਤਨਾਮ ਜਪ, ਜੇ ਸਦਾ ਸੁਖ ਚਾਹੀਦਾ ਤੇ ਸਦਾ ਹੀ ਜਪ। ਜਪ ਮਨ ਸਤਨਾਮ, ਸਦਾ ਸਤਨਾਮ ਜਪ ਕੇ ਹੋਏਗਾ ਕੀ? ਹਾਲਤ ਪਲਤ ਮੁਖ ਉਜਲ ਹੋਈ ਹੈ। ਹਾਲਤ ਇਹ ਸੰਸਾਰ, ਪਲਤ ਪਰਲੋਕ। ਜਾਂ ਇਹ ਕਹਿ ਲਈਏ ਕਿ ਇਸ ਸੰਸਾਰ ਦੇ ਵਿੱਚ ਵੀ ਮੁੱਖ ਉਜਲਾ ਤੇ ਰੱਬ ਦੇ ਘਰ ਵਿੱਚ ਵੀ ਮੁੱਖ ਉਜਲਾ, ਜਿਨ੍ਹਾਂ ਨੇ ਜਪਿਆ। ਹਾਲਤ ਪਲਤ ਮੁਖ ਉਜਲ ਹੋਈ ਹੈ। ਫਿਰ ਅੱਗੇ ਬਚਨ ਕੀਤੇ, ਕਹਿੰਦੇ ਨਿਤ ਧਿਆਈਐ ਹਰ ਪੁਰਖ ਨਰੰਜਣਾ। ਇੱਥੇ ਕੇਵਲ ਸਵੇਰੇ ਸ਼ਾਮ ਜਾਂ ਘੰਟੇ ਦੀ ਗਿਣਤੀ ਨਹੀਂ, ਨਿਤ ਧਿਆਈਐ। ਉਹ ਜਿਹੜਾ ਮਾਇਆ ਤੋਂ ਨਿਰਲੇਪ ਹੈ, ਆਪ ਪਰਮੇਸ਼ਰ ਹੈ, ਉਹਨੂੰ ਨਿਤ ਹੀ ਜਪ ਪਾਈ। ਨਿਤ ਦਾ ਅਰਥ ਆਪ ਜੀ ਸਮਝਦੇ ਹੋ ਹਰ ਵੇਲੇ। ਜਿਹੜੇ ਸ਼ਬਦ ਆਪਾਂ ਵਰਤਨੇ, ਨਿਤ ਨੇਮੀ, ਨਿਤ ਦਾ ਅਰਥ ਹਰ ਰੋਜ਼, ਹਰ ਵੇਲੇ। ਰਹਾਉ ਜਹ ਹਰ ਸਿਮਰਨ ਭਇਆ, ਤਹ ਉਪਾਦ ਗਤ ਕੀਨੀ। ਵਡਭਾਗੀ ਹਰ ਜਪਣਾ। ਹੁਣ ਸਤਿਗੁਰੂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ
ਰਹਾਉ ਤੋਂ ਬਾਅਦ ਅੱਗੇ ਦੂਸਰੇ ਪਦੇ ਵਿੱਚ, ਅਖੀਰਲੇ ਪਦੇ ਵਿੱਚ, ਕਿਉਂਕਿ 2 ਪਦਿਆਂ ਦਾ ਪਾਵਨ ਸ਼ਬਦ ਹੈ, ਫਿਰ ਬਖਸ਼ਿਸ਼ ਕਰਦੇ ਨੇ। ਜਹ ਹਰ ਸਿਮਰਨ ਭਇਆ ਤਹ ਉਪਾਦ ਗਤ ਕੀਨੀ। ਪੂਰੇ ਸ਼ਬਦ ਆਮ ਵਰਤਿਆ ਜਾਂਦਾ ਹੈ ਆਦੀਆਂ, ਉਪਾਦੀਆਂ, ਵਿਆਦੀਆਂ। ਜਿੱਥੇ ਹਰੀ ਦਾ, ਪਰਮੇਸ਼ਰ ਦਾ ਸਿਮਰਨ ਆ ਗਿਆ, ਉੱਥੇ ਸਾਰੀਆਂ ਖਤਮ ਹੋ ਗਈਆਂ, ਆਦੀਆਂ ਵਿਆਦੀਆਂ ਉਹਨਾਂ ਦੇ ਮਿਟ ਗਈਆਂ। ਔਰ ਸਤਿਗੁਰੂ ਜੀ ਨੇ ਪਾਵਨ ਬਚਨ ਕਹੇ ਨੇ, ਸ਼ਲੋਕ ਵਾਰਾਂ ਤੇ ਵਧੇਕ ਵਿੱਚ ਆਪਾਂ ਪੜ੍ਹਦੇ ਹਾਂ। ਗੁਰੂ ਸਾਹਿਬ ਜੀ ਹੁਕਮ ਕਰਦੇ ਨੇ ਕਿ ਭਈ ਜਿਹੜਾ ਗੁਰੂ ਦਾ ਸਿੱਖ ਹੈ ਉਹ ਉਦਮ ਕਰੇ, ਅੰਮ੍ਰਿਤ ਵੇਲੇ ਉੱਠੇ, ਉਹ ਜਪੇ। ਤੇ ਜਿਨ੍ਹਾਂ ਨੇ ਉੱਠ ਕੇ ਜਪਿਆ ਹੈ, ਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਦੀਆਂ ਆਦੀਆਂ ਉਪਾਦੀਆਂ ਕੱਟੀਆਂ ਜਾਂਦੀਆਂ ਨੇ। ਗੁਰੂ ਸਾਹਿਬ ਜੀ ਉੱਥੇ ਇਹ ਕਹਿ ਦੇ ਕੇ ਗਰੰਟੀ ਦਿੰਦੇ ਨੇ। ਉੱਥੇ ਗੁਰੂ ਸਾਹਿਬ ਦਾ ਪਾਵਨ ਬਚਨ ਹੈ, ਚਾਲਾਂਗੇ ਉੱਠ। ਚਾਲਾਂਗੇ ਦਾ ਅਰਥ ਹੈ ਅੰਮ੍ਰਿਤ ਵੇਲੇ ਉੱਠ, ਪੈਰ ਰਾਤ ਰਹਿੰਦਿਆਂ ਉੱਠ, ਉਦਮ ਕਰ। ਚਾਲਾਂਗੇ ਉੱਠ, ਉੱਠ ਕੇ ਕਰਨਾ ਕੀ ਹੈ ਜੀ? ਕਿਉਂਕਿ ਸਾਡੇ ਅੰਦਰੋਂ ਤੇ ਵਹਿਮ ਭਰਮ ਹੀ ਨਹੀਂ ਜਾਂਦੇ ਕਿ ਨਹਾਉਣ ਤੋਂ ਬਿਨਾਂ, ਇਸ਼ਨਾਨ ਕਰਨ ਤੋਂ ਬਿਨਾਂ ਵਾਹਿਗੁਰੂ ਬੋਲ ਲਈਦਾ ਹੈ ਜੀ। ਇਸ਼ਨਾਨ ਕਰੇ ਤੋਂ ਬਿਨਾਂ ਨਿਤਨੇਮ ਕਰ ਸਕਦੇ ਹਾਂ ਜੀ। ਉਹ ਅਸੀਂ ਜੇ ਇਹਨਾਂ ਗੱਲਾਂ ਤੋਂ ਅਜੇ ਤੱਕ ਉੱਠੇ ਨਹੀਂ ਤੇ ਨਿਤਨੇਮ ਅਸੀਂ ਕਰਨਾ ਕਦੋਂ ਹੈ ਜੀ, ਜੇ ਸਾਨੂੰ ਸਮਝ ਹੀ ਨਹੀਂ ਲੱਗੀ। ਕਿਉਂਕਿ ਗੁਰੂ ਸਾਹਿਬ ਤੋਂ ਪੁੱਛਿਆ ਕਦੇ ਨਹੀਂ ਨਾ। ਹੁਣ ਸਤਿਗੁਰੂ ਜੀ ਨੇ ਕਿਹਾ ਉੱਠ ਕੇ ਸਭ ਤੋਂ ਪਹਿਲਾ ਕੰਮ ਹੀ ਗੁਰੂ ਦੇ ਸਿੱਖ ਦਾ ਇਹ ਕਿ ਤੂੰ ਜਪ। ਉੱਠੇ, ਅੱਖ ਖੁੱਲੇ, ਉਸ ਤੋਂ ਪਹਿਲਾਂ ਤੇਰੇ ਮੂੰਹ ਦੇ ਵਿੱਚ ਵਾਹਿਗੁਰੂ ਹੋਵੇ। ਇਸ਼ਨਾਨ ਕਰਨਾ ਜ਼ਰੂਰੀ ਹੈ, ਗੁਰੂ ਸਾਹਿਬ ਨੇ ਬਚਨ ਕਹੇ ਨੇ। ਉਹ ਇਸ਼ਨਾਨ ਕਰਨਾ ਤਨ ਵਾਸਤੇ ਜ਼ਰੂਰੀ ਹੈ, ਪਰ ਮਨ ਦਾ ਇਸ਼ਨਾਨ ਜਿਹੜਾ ਕਰਨਾ ਉਹ ਤਾਂ ਬਾਣੀ ਦੇ ਨਾਲ, ਸਿਮਰਨ ਦੇ ਨਾਲ ਹੀ ਹੋਣਾ ਹੈ। ਉੱਥੇ ਗੁਰੂ ਸਾਹਿਬ ਜੀ ਕਹਿੰਦੇ ਨੇ ਜਪ ਪਈ, ਨਿਤ ਜਪ। ਚਾਲਾਂਗੇ ਉੱਠ ਨਾਮ ਜਪ, ਨਿਸਬਾਸਰ ਆਰਾਧ। ਤੇ ਜਿਹੜਾ ਬਚਨ ਗੁਰੂ ਸਾਹਿਬ ਨੇ ਇੱਥੇ ਵਰਤਿਆ ਹੈ, ਕਹਿੰਦੇ ਕਾਰਾ ਤੁਝੇ ਨਾ ਵਿਆਪਈ, ਨਾਨਕ ਮਿਟੇ ਉਪਾਦ। ਆਦ ਵਿਆਦ ਉਪਾਦ ਸਾਰਾ ਕੁਝ ਮਿਟ ਜਾਏਗਾ, ਤੂੰ ਜਪ ਤੇ ਸਹੀ। ਸਤਿਗੁਰੂ ਕਹਿੰਦੇ ਨੇ ਜਹ ਹਰ ਸਿਮਰਨ ਭਇਆ ਤਹ ਉਪਾਦ ਗਤ ਕੀਨੀ। ਵਡ ਭਾਗੀ ਹਰ ਜਪਣਾ, ਉਹ ਵੱਡੇ ਭਾਗਾਂ ਵਾਲਾ ਹੈ ਜਿਹਨੇ ਜਪਿਆ। ਔਰ ਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ, ਵੱਡੇ ਭਾਗਾਂ ਤੋਂ ਬਿਨਾਂ ਜਪਿਆ ਵੀ ਨਹੀਂ ਜਾਂਦਾ। ਵਡ ਭਾਗੀ ਹਰ ਸੰਗਤ ਪਾਵੈ, ਭਾਗਹੀਣ ਪਰਮ ਚੋਟਾ ਖਾਵੈ। ਵਿਣ ਭਾਗਾ ਸਤ ਸੰਗ ਨਾ ਲੱਭੈ। ਤੇ ਜੇ ਸੰਗਤ ਨਹੀਂ ਲੱਭਦੀ, ਫਿਰ ਗੁਰੂ ਸਾਹਿਬ ਜੀ ਕਹਿੰਦੇ ਨੇ ਬਿਨ ਸੰਗਤ ਮੈਲ ਭਰੀਜੈ ਜੀਓ। ਭਾਈ ਉਹਨੂੰ ਜਪ। ਵਡ ਭਾਗੀ ਜਪਦੇ ਨੇ, ਵੱਡੇ ਭਾਗਾਂ ਵਾਲੇ ਜਪਦੇ ਨੇ। ਜਨ ਨਾਨਕ ਕੋ ਗੁਰ ਇਹ ਮਤ ਦੇਨੀ, ਜਪ ਹਰ ਭਉ ਜਲ ਤਰਨਾ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨਿਮਰਤਾ ਦੇ ਘਰ ਵਿੱਚ ਆ ਕੇ ਫਿਰ ਅਖੀਰ ਤੇ ਕਹਿੰਦੇ ਨੇ ਜਨ ਨਾਨਕ ਕੋ। ਅਰਥ ਕਰਾਂਗੇ, ਧੰਨ ਗੁਰੂ ਰਾਮਦਾਸ ਜੀ ਆਪਣੇ ਲਈ ਸ਼ਬਦ ਵਰਤਦੇ ਨੇ ਕਿ ਭਾਈ ਸਾਨੂੰ ਵੀ ਤੇ ਗੁਰੂ ਨੇ ਇਹ ਮੱਤ ਦਿੱਤੀ ਹੈ ਨਾ। ਕਿਹੜੀ ਮੱਤ ਦਿੱਤੀ ਹੈ? ਔਰ ਸਤਿਗੁਰੂ ਜੀ ਬਾਣੀ ਵਿੱਚ ਹਰ ਥਾਂ ਤੇ ਮੱਤ ਦਿੰਦੇ ਨੇ ਕਿ ਗੁਰੂ ਕੇ ਸਿੱਖਾ ਜੇ ਸੁਖ ਕੋ ਚਾਹੇ ਸਦਾ, ਸ਼ਰਨ ਰਾਮ ਕੀਲੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ। ਤੇ ਸਦਾ ਸੁੱਖ ਕਦੋਂ ਮਿਲਦੇ ਨੇ ਜੀ? ਕਿਉਂਕਿ ਸਾਡੇ ਅੰਦਰ ਬੜੇ ਭਰਮ ਪੈਂਦੇ ਨੇ, ਸਦਾ ਸੁੱਖ ਕਦੋਂ ਮਿਲਦੇ ਨੇ? ਜੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਉਹ ਤੱਤੀ ਤਵੀ ਤੇ ਵੀ ਬੈਠੇ ਨੇ, ਸਾਨੂੰ ਲੱਗਦਾ ਬੜਾ ਦੁੱਖ ਹੈ। 5 ਦਿਨਾਂ ਦੇ ਵਿੱਚ 3 ਤਰੀਕਿਆਂ ਦੇ ਨਾਲ ਤਸੀਹੇ ਦਿੱਤੇ ਗਏ। ਕਿਉਂਕਿ ਸਾਡੇ ਨਜ਼ਰ ਵਿੱਚ ਤੇ ਦੁੱਖ ਹੀ ਹੈ ਨਾ ਜੀ, ਸਰੀਰ ਕਰਕੇ ਤਾਂ ਹੈ ਹੀ ਦੁੱਖ। ਪਰ ਗੁਰੂ ਦੇ ਨਜ਼ਰ ਵਿੱਚ ਉਹ ਦੁੱਖ ਕਿਉਂ ਨਹੀਂ? ਕਿਉਂਕਿ ਸਤਿਗੁਰੂ ਜੀ ਕਹਿੰਦੇ ਨੇ ਭਾਈ ਜਿਹੜੇ ਪੂਰਨ ਤੌਰ ਤੇ ਰੱਬ ਦੇ ਨਾਲ, ਪਰਮੇਸ਼ਰ ਦੇ ਨਾਲ ਜੁੜੇ ਨੇ ਨਾ, ਉਹਨਾਂ ਨੂੰ ਨਾ ਦੁੱਖ ਪਾਉਂਦਾ ਹੈ ਨਾ ਸੁੱਖ ਪਾਉਂਦਾ ਹੈ। ਕਿਉਂਕਿ ਦੁੱਖ ਇੱਕ ਆਪਣੀ ਤਰ੍ਹਾਂ ਦਾ ਭਾਰ ਹੈ, ਔਰ ਸੁੱਖ ਜਿਹੜਾ ਉਹ ਇੱਕ ਆਪਣੀ ਤਰ੍ਹਾਂ ਦਾ ਭਾਰ ਹੈ। ਇਹ ਕਹਿ ਲਈਏ ਕਿ ਸੁੱਖ ਜਿਹੜਾ ਉਹ ਬਹੁਤਾ ਦੁਖੀ ਕਰਦਾ ਹੈ। ਸੁੱਖ ਦਾ ਭਾਰ ਐਸਾ ਹੈ ਕਿ ਬਹੁਤਿਆਂ ਨੂੰ ਉਹ ਰੱਬ ਵਾਲੇ ਪਾਸੇ ਚੱਲਣ ਦਿੰਦਾ ਹੀ ਨਹੀਂ।
पर दुख फिर भी एक ऐसा भार है, कई बार बंदा दुख तो दुखी हो के रब वाले पासे लग जाता है। फिर ये सदैवी सुख किवें है जी? सतगुरु जी ने पावन बचन किया, क्योंकि उन्होंने समझ लग गई कि जे सुख दे तो तुझे आराधी, इन्ना कुछ आप कर लें हैं जी। सुख मिलते रहन तो असी माड़ा मोटा कहने कि असी ध्यान है जी, अखंड पाठ साहिब साल बाद करा लिया क्योंकि सुख दिते ने। पर गुरु साहब जी कहते हैं प्यार केवल सुखा तक सीमित नहीं, जे सुख दें तो तुझे आराधी, दुख भी तुझे ते आई। दुख दे विच उलांभे नहीं, और साडी हालत बिल्कुल इस तो उल्ट है। जे तो कुछ मिल जे तो फिर कई बार शुकराना कर लग्या भी साडे सामने हंकार आ जाता है कि मैं कराया, और नहीं तो बहुती वारी तो दित्या होया नूं बंदा भुल ही जाता कि रब ने दिता है। जो कुछ नहीं दिता उनके लिए उलांभे जरूर दिंदा। और गुरु अर्जन देव जी का पावन बचन है कि 10 वस्तु ले पाचा पावै, एक वस्त कारण बेखोट गवावै। पर समझदा नहीं ना। गुरु साहब जी कहते ने चलिया जे एक भी ना दे, 10 भी हिर ले, तो मूड़ा कहो कहाँ करे। मूर्खा एक वास्ते उलांभा देन आ गया, जो कुछ तेन 10 दित्तियां ने जो वो भी खो लवे तो तेरा गुजारा है। और गुरु साहब जी कहते हैं सदैवी सुख मिलना था जो अंदर की अवस्था इवें दी बनेगी कि सुख दुख दोएदार कपड़े, ये समझ आ जाए भी ये कपड़े की तरह कोई नहीं। जे दुख मिल गया तो इनू भी यह भी दात तेरी दा तार कह के हंडा जा। सतगुरु धन गुरु रामदास जी खीरते कहते हैं भाई ये मत भी तो सानू साडे गुरु ने दिती। जन नानक को गुर यह मत देनी, ते केड़ी मत देनी जी? कहते जप हर भौजल तरना, भाई जे इस भव सागर तो तरना तो एको ही तरीका फिर जप, उन्होंने सिमर। सतगुरु जी कृपा करन, हुईयां भुलां दी खिमा, नाम सिमरन दी दात सतगुरु जी कहण वालियां नूं सुनन वालियां नूं सारिआं नूं बख्शण। आओ 1-2 मिनट होर रसना दे नाल हाज़री लवाइए, फिर समाप्ति है जी। वाहिगुरू वाहिगुरू।